ਖਰੀਦ ਕੁਝ ਦਿਨ ਚ ਸ਼ੁਰੂ ਹੋਣ ਲੱਗੀ ਆ। ਬਹੁਤ ਸਾਰੇ ਕਿਸਾਨ ਸਾਡੇ ਹਜੇ ਵੀ ਜਿਵੇਂ ਅੰਦੋਲਨ ਚ ਲਗਾਤਾਰ ਡਟੇ ਹੋਏ ਨੇਗੇ, ਬਾਰਡਰ ਤੇ ਨੇਗੇ। ਤਿਆਰੀਆਂ ਕੀ ਨੇ ਸਰਕਾਰ ਦੀਆਂ ਇਸ ਵਾਰੀ, ਕਿਉਂਕਿ ਕੋਵਿਡ ਦਾ ਖਤਰਾ ਵੀ ਵਧਿਆਗਾ ਪਿਛਲੀ ਵਾਰ ਵਾਂਗੂ। ਹਾਲਾਂਕਿ ਪਿਛਲੀ ਵਾਰੀ ਵੀ ਉਸ ਤਰ੍ਹਾਂ ਦੇ ਨਾਲ ਤਿਆਰੀਆਂ ਕੀਤੀਆਂ ਸੀ, ਇਸ ਵਾਰ ਕਿਸ ਤਰ੍ਹਾਂ ਦਾ ਰਹਿਣ ਵਾਲਾ? ਲਾਲ ਸਿੰਘ ਜੀ ਸਾਡੇ ਨਾਲ ਹੈਗੇ ਨੇਗੇ, ਚੇਅਰਮੈਨ ਮੰਡੀ ਬੋਰਡ। ਕੀ ਤਿਆਰੀਆਂ, ਕੀ ਔਖ ਨਹੀਂ ਆਉਣ ਦਿੱਤੀ ਜਾਊਗੀ? ਕਿਉਂਕਿ ਇਸ ਵਾਰ ਕਈ ਤਰ੍ਹਾਂ ਦੇ ਭੰਬਲ ਭੂਸੇ ਵੀ ਪਏ ਹੋਏ ਨੇ। ਸੈਂਟਰ ਗੌਰਮੈਂਟ ਨੇ ਕਈ ਤਰ੍ਹਾਂ ਦੇ ਐਲਾਨ ਜੇ ਕਰਤੇ, ਉਦੋਂ ਬਾਅਦ ਕਿਸਾਨ ਵਿਚਾਰੇ ਦਚਿੱਤੀ ਚ ਨੇ। ਉਹਨਾਂ ਨਾਲ ਗੱਲ ਕਰ ਲੈਂਦੇ ਆ। ਲਾਲ ਸਿੰਘ ਜੀ, ਇਸ ਵਾਰ ਦੇਖੀਏ ਤਾਂ ਸੈਂਟਰ ਨੇ ਜਿਹੜਾ ਪੰਗਾ ਛਿੜਿਆ ਹੋਇਆ, ਉਹਦੇ ਕਰਕੇ ਲੋਕਾਂ ਨੂੰ ਬੜਾ ਭੰਬਲ ਭੂਸਾ ਜਿਹਾ ਪਿਆ। ਇੱਕ ਖਰੀਦ ਵੀ ਆ ਗਈ, ਕਰੋਨਾ ਵੀ ਹੈਗਾ, ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਕਰ ਰਹੇ ਹੋ? ਦੇਖੋ, ਗੱਲ ਠੀਕ ਹੈ ਜੋ ਤੁਸੀਂ ਕਿਹਾ। ਕੇਂਦਰ ਦੀ ਸਰਕਾਰ ਦਾ ਰਵੱਈਆ ਪੰਜਾਬ ਦੇ ਪ੍ਰਤੀ ਬਹੁਤ ਮਾੜਾ ਹੈ। ਹਰ ਪੱਖੋਂ ਪੰਜਾਬ ਨੂੰ ਬਰਬਾਦ ਕਰਨ ਦਾ ਉਹਨਾਂ ਨੇ ਮਨ ਬਣਾਇਆ। ਤੁਸੀਂ ਦੇਖੋ, ਖਰੀਦ ਦੀ ਗੱਲ ਤੋਂ ਇਲਾਵਾ ਇੱਥੇ ਸਭ ਤੋਂ ਵੱਡੀ ਇੰਡਸਟਰੀ ਹੈ ਰਾਈਸ ਇੰਡਸਟਰੀ। ਤਕਰੀਬਨ 4000 ਰਾਈਸ ਇੰਡਸਟਰੀ ਤੋਂ ਵੱਧ ਪਲਾਂਟ ਲੱਗੇ ਪਏ ਆ। ਉਹ ਸਾਰੇ ਪਿਛਲੇ 1.5 ਮਹੀਨੇ ਤੋਂ ਬੰਦ ਪਏ ਆ। ਉਹਨਾਂ ਦੀ ਜਿਹੜੀ ਪਾਲਿਸੀ ਹੈ, ਜਾਣ-ਬੁੱਝ ਕੇ ਪੰਗਾ ਪਾਤਾ ਕਿ ਸਾਰੇ ਪਲਾਂਟ ਜਿਹੜੇ ਬੰਦ ਪਏ ਆ। ਔਰ ਮੈਂ ਸਮਝਦਾ, ਤੁਹਾਨੂੰ ਵੀ ਪਤਾ ਹੈ, ਜਦੋਂ ਗਰਮੀ ਸ਼ੁਰੂ ਹੋ ਜਾਂਦੀ ਹੈ 31 ਮਾਰਚ ਤੋਂ ਬਾਅਦ, ਉਸ ਗਰਮੀ ਦੇ ਨਾਲ 50% ਅਜੇ ਵੀ ਝੋਨਾ ਸ਼ੈਲਰਾਂ 'ਚ ਪਿਆ। ਉਸਨੇ ਬਰਬਾਦ ਹੋ ਜਾਣਾ। ਗਰਮੀ ਪਊਗੀ, ਗਰਮੀ ਪੈਣ ਦੇ ਨਾਲ ਉਹਦਾ ਜਿਹੜਾ ਡਿਸਕਲਰ ਹੋ ਜਾਣਾ ਹੈ, ਉਹਦੇ ਗਰਮੀ ਦੇ ਨਾਲ ਬਰੋਕਨ ਵੱਧ ਜਾਣਾ, ਉਹਦਾ ਸਿਸਟਮ ਸਾਰਾ ਖਰਾਬ ਹੋ ਜਾਣਾ ਔਰ ਸ਼ੈਲਰ ਇੰਡਸਟਰੀ ਬਰਬਾਦ ਹੋ ਜਾਣੀ ਹੈ। ਪਿਛਲੇ ਸਾਲ ਵੀ ਸਪੇਸ ਦੀ ਘਾਟ ਹੋਣ ਕਰਕੇ 6 ਮਹੀਨੇ ਲਗਾਤਾਰ ਇਹ ਸ਼ੈਲਰਾਂ ਵਾਲੇ ਲਟਾਪਿੰਗ ਹੁੰਦੇ ਰਹੇ। ਕਰੋੜਾਂ ਰੁਪਏ ਦਾ ਨੁਕਸਾਨ ਉਹਦਾ ਪਿਛਲੇ ਸਾਲ ਹੋਇਆ। ਹੁਣ ਫੇਰ ਛੋਟੀ ਜਿਹੀ ਗੱਲ ਪਿੱਛੇ ਨਵਾਂ ਇੱਕ ਅੜਿੱਕਾ ਜਿਹਾ ਉਡਾ ਕੇ ਸਾਰੀ ਸ਼ੈਲਰ ਇੰਡਸਟਰੀ ਬੰਦ ਪਈ ਹੈ। ਇਸੇ ਤਰੀਕੇ ਨਾਲ ਹੁਣ ਜਿਹੜਾ ਕਹਿੰਦੇ ਜੀ ਕਿਸਾਨਾਂ ਨੂੰ ਸਿੱਧੀ ਪੇਮੈਂਟ ਕਰਨੀ ਹੈ, ਜਦ ਕਿ ਕਿਸਾਨ ਲੈਣ ਵਾਸਤੇ ਤਿਆਰ ਨਹੀਂ। ਇਹ ਪੁਰਾਣਾ ਕੇਸ 1913 'ਚ ਹਾਈ ਕੋਰਟ 'ਚ ਗਿਆ। ਹਾਈ ਕੋਰਟ ਨੇ ਫੈਸਲਾ ਕਰਤਾ ਔਰ ਪੰਜਾਬ ਸਰਕਾਰ ਨੇ ਐਫੀਡੇਵਿਟ ਫਾਈਲ ਕਰਤਾ ਕਿ ਕਿਸਾਨ ਤੇ ਛੱਡ ਦਿਓ। ਕਿਸਾਨ ਸਿੱਧੀ ਲੈਣੀ ਚਾਹੁੰਦਾ ਸਿੱਧੀ ਲੈ ਲਵੇ, ਆੜਤੀ ਦੇ ਥਰੂ ਲੈਣੀ ਚਾਹੁੰਦਾ ਆੜਤੀ ਦੇ ਥਰੂ ਲੈ ਲਵੇ। ਆਪਾਂ ਧੱਕਾ ਨਾ ਕਰੋ। ਜੋ ਕਿਸਾਨ ਚਾਹੁੰਦਾ ਹੈ ਉਹਦੇ ਫਾਇਦੇ 'ਚ ਜੋ ਉਹਨੂੰ ਲੱਗਦਾ ਉਹ ਲੈ ਲਵੇ। ਇਹ ਫੈਸਲਾ ਉਸ 'ਤੇ ਅੱਜ ਵੀ ਪੰਜਾਬ ਸਰਕਾਰ ਕਾਇਮ ਹੈ ਕਿ ਕਿਸਾਨ ਜਿਸ ਤਰ੍ਹਾਂ ਮਰਜ਼ੀ ਕਰੇ, ਸਿੱਧੀ ਲੈਣੀ ਹੈ ਲੈ ਲਵੇ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਪਰ ਕੋਈ ਕਿਸਾਨ ਲੈਣ ਨੂੰ ਤਿਆਰ ਨਹੀਂ, ਨਾ ਲੱਤਾ ਹੈ। ਪਰ ਕੇਂਦਰ ਦੀ ਸਰਕਾਰ ਕਹਿੰਦੀ ਹੈ ਵੀ ਨਹੀਂ, ਅਸੀਂ ਤਾਂ ਧੱਕੇ ਨਾਲ ਦਵਾਉਣਾ, ਕਿਸਾਨ ਨੂੰ ਸਿੱਧੀ ਪੇਮੈਂਟ ਦਵਾਉਣੀ ਹੈ, ਜਦ ਕਿ ਕਿਸਾਨ ਲੈਣ ਨੂੰ ਤਿਆਰ ਨਹੀਂ। ਔਰ ਉਸ ਨੂੰ ਕਰਨ ਵਾਸਤੇ ਕਾਫੀ ਜਿਹੜਾ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਮੁੱਖ ਮੰਤਰੀ ਸਾਹਿਬ ਨੇ ਬੜੇ ਠੀਕ ਕਿਹਾ ਕਿ 1 ਸਾਲ ਦਾ ਸਾਨੂੰ ਸਮਾਂ ਦਿਓ, ਅਸੀਂ ਸਾਰੇ ਸਿਸਟਮ ਨੂੰ ਠੀਕ ਕਰ ਲਾਂਗੇ। ਪਰ ਕੋਈ ਗੱਲ ਸੁਣ ਲਓ, ਅਜੇ ਤੱਕ ਕੋਈ ਤਿਆਰ ਨਹੀਂ। ਜਿੱਥੇ ਤੱਕ ਤਿਆਰੀਆਂ ਦਾ ਸਵਾਲ ਹੈ, ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਾਈ ਥੱਲੇ ਪਿਛਲੇ ਸਾਲ ਤੁਸੀਂ ਦੇਖਿਆ 128 ਲੱਖ ਮੈਟ੍ਰਿਕ ਟਨ 45 ਦਿਨਾਂ 'ਚ ਕਣਕ ਖਰੀਦੀ ਗਈ। ਔਰ ਇਤਨੇ ਵਧੀਆ ਇੰਤਜ਼ਾਮ ਉਹਨਾਂ ਨੇ ਕਰਵਾਏ, ਕਿਉਂਕਿ ਮਹਿਕਮਾ ਉਹਨਾਂ ਕੋਲ ਹੈ, ਉਹਨਾਂ ਕੋਲ ਸੀ ਪਿਛਲੇ ਸਾਲ। ਉਹਨਾਂ ਨੇ ਇੰਨੇ ਵਧੀਆ ਇੰਤਜ਼ਾਮ ਕਰਾਏ। ਲੱਖਾਂ ਬੰਦੇ ਇਹਦੇ 'ਚ ਇਨਵੋਲਵ ਸੀ, ਕਿਸਾਨ, ਲੇਬਰ, ਖਰੀਦ ਏਜੰਸੀਆਂ ਦੇ ਕਰਮਚਾਰੀ, ਸਾਰੇ DC SDM ਦੇ ਸਾਰਾ ਅਮਲਾ ਫੈਲਾ, ਮੰਡੀ ਬੋਰਡ ਦਾ 5600 ਜਿਹੜਾ ਫੀਲਡ ਅਧਿਕਾਰੀ, ਸਾਰੇ ਇਸ 'ਚ ਲੱਖਾਂ ਦੇ ਕਹਿਣ ਦੇ ਮਤਲਬ ਟਰਾਂਸਪੋਰਟਰ, ਇੱਕ ਵੀ ਬੰਦਾ ਕਰੋਨਾ 'ਚ ਨਹੀਂ ਬਿਮਾਰ ਹੋਇਆ। ਇਹਨੇ ਵਧੀਆ ਸਿਸਟਮ ਨਾਲ ਕੈਪਟਨ ਸਾਹਿਬ ਨੇ ਇਹਦਾ ਪ੍ਰਬੰਧ ਕੀਤਾ। ਹੁਣ ਵੀ ਉਹਨਾਂ ਦੀ ਦੇਖ ਰੇਖ 'ਚ ਉਹਨਾਂ ਦੀ ਜਿਹੜੀ ਹੈ ਰਹਿਨਮਾਈ ਥੱਲੇ ਪੰਜਾਬ ਸਰਕਾਰ, ਮੰਡੀ ਬੋਰਡ ਤੇ ਖਰੀਦ ਏਜੰਸੀਆਂ ਨੇ ਪੂਰੇ ਪ੍ਰਬੰਧ ਕਰ ਲਏ ਆ। ਚਾਹੇ ਉੱਥੇ ਪ੍ਰਬੰਧਾਂ ਦਾ ਜਿੱਥੇ ਤੱਕ ਲਾਈਟ ਦਾ ਇੰਤਜ਼ਾਮ ਵਧੀਆ ਹੋਵੇ, ਸਾਫ ਸੁਥਰਾ ਹੋਵੇ, ਮੰਡੀ ਦੀ ਸਫਾਈ ਹੋਵੇ, ਪਾਣੀ ਪੀਣ ਵਾਲੇ ਪਾਣੀ ਦਾ ਵਧੀਆ ਇੰਤਜ਼ਾਮ ਹੋਵੇ, ਹੱਥ ਧੋਣ ਵਾਸਤੇ ਸੈਨੀਟਾਈਜ਼ਰ ਹੋਵੇ, ਪਾਣੀ ਦੀਆਂ ਟੰਕੀਆਂ ਲੱਗੀਆਂ ਹੋਵੇ, ਕਿਸਾਨ, ਲੇਬਰ, ਜਿੰਨੇ ਵੀ ਖਰੀਦ ਏਜੰਸੀਆਂ ਦੇ ਬੰਦੇ ਕੰਮ ਕਰਨ ਵਾਲੇ, ਉਹਨਾਂ ਦਾ ਪੂਰਾ ਪ੍ਰਬੰਧ ਕੀਤਾ। ਸਪਰੇਅ ਕਰਾਇਆ ਗਿਆ, ਸੈਨੀਟਾਈਜ਼ ਕਰਾਇਆ ਗਿਆ ਸਾਰੀਆਂ ਮੰਡੀਆਂ ਨੂੰ। ਔਰ ਪੁਰਾਣਾ ਪਾਸ ਸਿਸਟਮ ਜਿਹੜਾ ਉਹੀ ਜਿਹੜਾ ਦੁਬਾਰਾ ਉਹਨੂੰ ਰੱਖਿਆ ਕਾਇਮ। ਔਰ ਮੰਡੀਆਂ ਜਿਹੜੀਆਂ ਕੋਈ 4000 ਤੇ ਥੋੜ੍ਹੀਆਂ ਜਿਹਾ ਘੱਟ ਜਿਹੜੀਆਂ ਮੰਡੀਆਂ ਖਰੀਦ ਕੇਂਦਰ ਬਣਾਏ ਆ, ਜਿਸ 'ਤੇ 435 ਪ੍ਰਿੰਸੀਪਲ ਯਾਰਡ ਤੇ ਸਬ ਯਾਰਡ ਹੈ। ਔਰ ਬਾਕੀ ਜਿਹੜੇ ਖਰੀਦ ਕੇਂਦਰ ਬਣਾਏ ਆ ਤਾਂ ਕਿ ਇੰਨਾ ਵਧਾਤਾ ਤਾਂ ਕਿ ਭੀੜ ਨਾ ਹੋਵੇ, ਲੋਕਾਂ ਦਾ ਇਕੱਠ ਨਾ ਹੋਵੇ। ਔਰ ਉੱਥੇ ਮੰਡੀਆਂ 'ਚ ਨਿਸ਼ਾਨ ਲਾ ਕੇ ਬਕਾਇਦਾ 30x30 ਦੇ ਖਾਨੇ ਬਣਾਤੇ ਤਾਂ ਕਿ ਉਹਨਾਂ ਦੀ ਆਪਸ 'ਚ ਦੂਰੀ ਕਾਇਮ ਰੱਖੇ। ਉਹਨਾਂ ਵਾਸਤੇ ਮਾਸਕ ਦਾ ਇੰਤਜ਼ਾਮ, ਉਹਨਾਂ ਵਾਸਤੇ ਪੀਣ ਵਾਲੇ ਪਾਣੀ ਦਾ, ਸੈਨੀਟਾਈਜ਼ਰ ਦਾ, ਸਾਬਣ ਦਾ
ਸਾਰੇ ਪ੍ਰਬੰਧ ਉੱਥੇ ਮੰਡੀਆਂ 'ਚ ਕਰ ਦਿੱਤੇ ਗਏ। ਜੀ ਹੋਰ ਚੀਜ਼ ਦੱਸੋ, ਪਿਛਲੀ ਵਾਰੀ ਥੋੜੀ ਜਿਹੀ ਦਿੱਕਤ ਇਹ ਆਈ ਸੀ, ਬਾਅਦ ਚ ਤਾਂ ਖੈਰ ਤੁਹਾਨੂੰ ਠੀਕ ਵੀ ਕਰ ਲਈ ਸੀਗੀ। ਇਸ ਵਾਰ ਫੇਰ ਥੋੜਾ ਜਿਹਾ ਪੁੱਛਣਾ ਚਾਹਾਂਗੇ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ, ਜਿਵੇਂ ਹੁਣ ਮੈਂ ਉਰੇ ਬੈਠਾ, ਮੇਰੀ ਫਸਲ ਹੈਗੀ ਮੇਰੇ ਆਪਦੇ ਸ਼ਹਿਰ ਦੇ ਵਿੱਚ, ਉੱਥੋਂ ਜਦੋਂ ਜਾਣਾ ਹੈ ਕਿਸੇ ਨੇ ਪਾਸ ਸਿਸਟਮ ਦੀ, ਜਿਵੇਂ ਤੁਸੀਂ ਗੱਲ ਕਰੀ ਆ, ਇਹਦੇ ਚ ਕਿਵੇਂ ਲੈ ਸਕਦਾ ਪਾਸ, ਕੀ ਹੋ ਸਕਦਾ, ਥੋੜਾ ਜਿਹਾ ਦੁਬਾਰੇ ਦੱਸ ਦਿਓ ਕਿਉਂਕਿ ਕਈ ਲੋਕਾਂ ਨੂੰ ਦੁਚਿੱਤੀ ਹੋ ਜਾਂਦੀ ਆ। ਪਿਛਲੇ 17 ਲੱਖ ਦੇ ਕਰੀਬ ਜਿਹੜਾ ਹੈ ਜ਼ਿਆਦਾ ਪਾਸ ਇਸ਼ੂ ਹੋਇਆ। ਜੇ ਪਾਸ ਸਿਸਟਮ ਨਾ ਰੱਖੀਏ ਫਿਰ ਤਾਂ ਉੱਥੇ ਗੜਬੜ ਹੋ ਜਾਊਗੀ, ਜਿਹੜਾ ਜੀ ਕਰੇਗਾ ਆਊਗਾ, ਫਿਰ ਉੱਥੇ ਭੀੜ ਹੋ ਜਾਊਗੀ। ਭੀੜ ਨੂੰ ਘੱਟ ਕਰਨ ਵਾਸਤੇ ਸਿਸਟੇਮੈਟਿਕਲੀ ਲੋਕ ਜਿਹਦੇ ਕੋਲ ਪਾਸ ਹੋਵੇ, ਇੱਕ ਟਰਾਲੀ ਤੇ ਸਿਰਫ ਇੱਕ ਬੰਦਾ ਆ ਸਕਦਾ ਔਰ ਉਹਨੂੰ 12 ਘੰਟੇ 'ਚ ਅਸੀਂ ਸਾਰਾ ਕੰਮ ਕਰਕੇ ਉਹਦੀ ਤਲਵਾਈ ਕਰਕੇ ਇਹਨੂੰ ਫਰਕ ਦੇਣਾ ਸੀ। ਹਾਂਜੀ, ਆੜਤੀ ਦੇ ਦੇਣਗੇ ਪਾਸ, ਆੜਤੀ ਉਹੀ ਜੋ ਪੁਰਾਣਾ ਸਿਸਟਮ ਹੈ। ਅਸੀਂ ਜਿਹੜੀ ਮੰਡੀ ਬੋਰਡ ਦੇ ਕੰਟਰੋਲ ਰੂਮ ਬਣਾਇਆ ਚੰਡੀਗੜ੍ਹ 'ਚ, ਔਰ ਹਰ ਡਿਸਟ੍ਰਿਕਟ ਲੈਵਲ ਤੇ ਡੀਸੀ ਦੀ ਰਹਿਨੁਮਾਈ ਤੇ ਜਿੰਨੀਆਂ 4-5 ਏਜੰਸੀਆਂ, ਖਰੀਦ ਏਜੰਸੀਆਂ, ਉੱਥੇ ਵੀ ਕੰਟਰੋਲ ਰੂਮ ਬਣਿਆ। ਔਰ ਹਰ ਰੋਜ਼ ਹਰ ਜ਼ਿਲ੍ਹੇ 'ਚ ਉਹ ਸਾਰੀਆਂ ਏਜੰਸੀਆਂ ਡੀਸੀ ਦੇ ਦਫ਼ਤਰ ਸਵੇਰੇ 9 ਵਜੇ ਇਕੱਠੀਆਂ ਹੁੰਦੀਆਂ ਤਾਂ ਕਿ ਕਿਤੇ ਵੀ ਕੋਈ ਪ੍ਰੋਬਲਮ ਹੋਵੇ ਉਹਨੂੰ ਨਾਲ ਦੀ ਨਾਲ ਸੋਲਵ ਕਰਿਆ ਜਾਵੇ। ਜਿਹੜਾ ਪਾਸ ਸਿਸਟਮ ਹੈ ਉਸ ਤੋਂ ਬਗੈਰ ਇੱਕ ਕੰਮ ਪ੍ਰਬੰਧ ਠੀਕ ਹੋ ਨਹੀਂ ਸਕਦਾ, ਤਾਂ ਕਿ ਗਿਣਤੀ ਦੇ ਬੰਦੇ ਉਹੀ ਆਣ ਜਿਨ੍ਹਾਂ ਨੂੰ ਬੁਲਾਇਆ ਗਿਆ। ਇਹ ਪਾਸ ਸਿਸਟਮ ਹੈ ਔਰ ਇਹ ਕੋਪਨ ਜਿਹੜੇ ਇਸ਼ੂ ਹੁੰਦੇ ਆ ਕੰਟਰੋਲ ਰੂਮ ਤੋਂ ਹੁੰਦੇ ਆ ਔਰ ਬਕਾਇਦਾ ਸਿਸਟਮੈਟਿਕਲੀ ਚੱਲਦਾ। ਇਹਦੇ 'ਚ ਕੋਈ ਮਾੜੀ ਮੋਟੀ ਕਿਤੇ ਦਿੱਕਤ ਆਈ ਹੈ, ਕੋਈ ਦਿੱਕਤ ਆਈ ਨਹੀਂ ਨਾਲ ਦੇ ਆ ਕੇ। ਤੇ ਇੱਕ ਹੋਰ ਦੱਸੋ, ਜਿਹੜਾ ਕਹਿੰਦੇ ਹੁਣ ਜਿਵੇਂ ਸੈਂਟਰ ਨੇ ਕਈ ਚੀਜ਼ਾਂ ਛੱਡਤੀਆਂ ਵਿੱਚ, ਡਾਇਰੈਕਟ ਪੇਮੈਂਟ ਵਾਲੀ ਗੱਲ ਹੋਵੇ, ਤਾਂ ਹੁਣ ਸਟੇਟ ਨੇ ਇਹ ਕਿਹੜਾ ਤਾਂ ਸਪਸ਼ਟ ਕਰਤਾ ਕਿ ਹਾਂ ਐਸੀ ਤਾਂ ਪੇਮੈਂਟ ਪੁਰਾਣਾ ਸਿਸਟਮ ਹੀ ਚੱਲੂਗਾ, ਆੜਤੀਆਂ ਵਿੱਚ ਦੀ ਜਾਊਗੀ। ਦੇਖੋ ਕੈਪਟਨ ਸਾਹਿਬ ਬੜੇ ਰੀਜਨੇਬਲ ਬੰਦੇ ਆ ਔਰ ਬਹੁਤ ਸੋਚ ਸਮਝ ਕੇ ਚੱਲਦੇ ਆ, ਹਰ ਕਦਮ ਜਿਹੜਾ ਨਾਪ ਤੋਲ ਕੇ ਚੱਲਦੇ ਆ। ਉਹਨਾਂ ਦਾ ਪੁਰਾਣਾ ਇਤਿਹਾਸ ਹੈ। ਜਿੱਥੇ ਤੱਕ ਕਿਸਾਨਾਂ ਦੀ ਗੱਲ ਹੈ, ਜਿੱਥੇ ਤੱਕ ਆੜਤੀਆਂ ਦੀ ਗੱਲ ਹੈ, ਉਹਨਾਂ ਦੀ ਕਮਿਟਮੈਂਟ ਉਹਨਾਂ ਨਾਲ, ਉਹਨਾਂ ਨੂੰ ਹਰ ਤਰੀਕੇ ਦੇ ਨਾਲ ਮਦਦ ਕਰਨੀ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਣੀ। ਪਰ ਜੇ ਕੇਂਦਰ ਸਰਕਾਰ ਦੀ ਨੀਤੀ ਖਰਾਬ ਹੋਵੇ ਉਹਦਾ ਤਾਂ ਕੋਈ ਇਲਾਜ ਨਹੀਂ ਨਾ। ਜੇ ਜਾਣਬੁੱਝ ਕੇ ਉਹਨਾਂ ਨੇ ਖਰਾਬ ਕਰਨਾ ਉਹ ਵੱਖਰੀ ਗੱਲ ਹੈ। ਪਰ ਕੈਪਟਨ ਸਾਹਿਬ ਹੁਣ ਵੀ ਇਹੀ ਚਾਹੁੰਦੇ ਆ ਕਿ ਨਾ ਕਿਸਾਨ ਹੈਰਾਨ ਹੋਵੇ, ਨਾ ਆੜ੍ਹਤੀਆ ਹੈਰਾਨ ਹੋਵੇ। ਜੋ ਪੁਰਾਣਾ ਸਿਸਟਮ ਹੈ 1 ਸਾਲ ਇਹਨੂੰ ਹੀ ਚੱਲ ਦਿੱਤਾ ਜਾਵੇ। ਜਿਹੜੀਆਂ ਕਮੀਆਂ ਪੇਸ਼ੀਆਂ ਇੱਕਦਮ ਠੀਕ ਹੋਣ ਵਾਲਾ ਨਹੀਂ, ਉਸ ਵਾਸਤੇ ਸਮਾਂ ਚਾਹੀਦਾ। ਉਹਨਾਂ ਨੇ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ, ਦੂਜੇ ਜਿਹੜੇ ਅਧਿਕਾਰੀ ਹੈ ਜਿਨ੍ਹਾਂ ਨਾਲ ਸੰਬੰਧਿਤ ਹੈ ਵੀ ਮਿਲ ਕੇ ਇਸ ਗੱਲ ਨੂੰ ਸ਼ਾਰਟ ਆਊਟ ਕਰਿਆ ਜਾਵੇ। ਉਹ ਪੂਰੀ ਤਰ੍ਹਾਂ ਲੱਗੇ ਹੋਏ ਆ। ਉਹਨਾਂ ਦਾ ਇੰਟਰਸਟ ਜਿਹੜਾ ਕਿਸਾਨ ਦੇ ਨਾਲ, ਆੜ੍ਹਤੀ ਦੇ ਨਾਲ ਪੂਰਾ ਹੈ। ਇਹ ਫਿਰ ਦੇਖਿਆ ਜਾਵੇ ਜੀ, ਜਿੰਨੇ ਭਾਜਪਾ ਦੇ ਲੀਡਰ ਉਰੇ ਨੇਗੇ, ਹਰਜੀਤ ਗਰੇਵਾਲ ਹੋਣ, ਅਸ਼ਵਨੀ ਸ਼ਰਮਾ ਹੋਣ, ਮਦਨ ਮੋਹਨ ਮਿੱਤਲ, ਸਾਰੇ ਯਾਨੀ ਕਿ ਇਹ ਨਹੀਂ ਜਾ ਕੇ ਹਾਂ ਦਾ ਨਾਰਾ ਮਾਰਦੇ ਵੀ ਤੁਸੀਂ ਨਾ ਕਰੋ, ਇਹ ਸਾਡੇ ਸਿਸਟਮ ਠੀਕ ਨਹੀਂ ਹੈ। ਇਹ ਤਾਂ ਚਮਚਾਗਿਰੀ ਕਰਦੇ ਆ। ਇਹਨਾਂ ਨੇ ਤਾਂ ਇੱਕ ਕੰਮ ਫੜਿਆ ਵੀ ਮਾਹੌਲ ਖਰਾਬ ਹੋਵੇ। ਤੁਸੀਂ ਦੇਖੋ ਜਦ ਸਾਰੀ ਦੁਨੀਆ ਨੂੰ ਪਤਾ ਵੀ ਕਿਸਾਨਾਂ ਨਾਲ ਪੰਗਾ ਲੈਣਾ ਨਹੀਂ ਚਾਹੀਦਾ, ਇਹ ਜਾਣ ਬੁੱਝ ਕੇ ਕਿਤੇ ਪ੍ਰੈਸ ਕਾਨਫਰੰਸ ਕਰਨ ਜਾਂਦੇ, ਕਿਤੇ ਕੁਝ ਜਾਂਦੇ ਆ। ਇਹ ਜਾਣ ਨਾਲ ਮਾਹੌਲ ਖਰਾਬ ਹੁੰਦਾ ਨਹੀਂ ਹੁੰਦਾ। ਔਰ ਪੰਜਾਬ ਸਰਕਾਰ ਦੀ ਸਮੱਸਿਆ ਇਹਨਾਂ ਦੀ ਸਿਕਿਉਰਿਟੀ ਤੇ ਲੱਗੀ ਹੋਈ ਹੈ। ਹੁਣ ਥੋੜੇ ਦਿਨ ਹੋਏ ਪਟਿਆਲੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ, ਬੰਦੇ 50 ਸੀਗੇ, 200 ਬੰਦਾ ਪੁਲਿਸ ਵਾਲਾ, 4 DSP, SSP, SP, ਯਾਨੀ ਸਾਰੀ ਸਰਕਾਰ ਇਹਨਾਂ ਦੀ ਸਿਕਿਉਰਿਟੀ ਵਾਸਤੇ। ਇਹਨਾਂ ਦਾ ਮਿਸ਼ਨ ਕੀ ਹੈ? ਇਹਨਾਂ ਦਾ ਮਿਸ਼ਨ ਸਿਰਫ ਰੌਲਾ ਪਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਕਿਸੇ ਢੰਗ ਨਾਲ ਗਵਰਨਰੀ ਰਾਜ ਹੋ ਜਾਵੇ, ਇਸ ਗੱਲ ਤੇ ਲੱਗੇ ਹੋਏ ਆ। ਤੁਸੀਂ ਦੱਸੋ ਕੋਈ ਲੋਕਾਂ ਦੇ ਹਿੱਤ ਦੀ ਗੱਲ ਹੈ? ਸਵਾਲ ਤਾਂ ਹੀ ਉੱਠਦਾ ਵੀ ਹੁਣ ਜਿਵੇਂ ਤੁਸੀਂ ਫਿਕਰ ਕਰ ਲਈ, ਚਲੋ ਤੁਹਾਡੇ ਕੋਲ ਤਾਂ ਮਹਿਕਮਾ ਹੈਗਾ, ਹੁਣ ਮੈਂ ਆ ਚਾਹੇ ਕੋਈ ਹੋਰ ਹੈ, ਉਹਦੇ 'ਚ ਇਹ ਆ ਜਾਂਦਾ ਵੀ ਚਲੋ ਪੋਲੀਟਿਕਸ ਆਪਦੇ ਥਾਂ ਤੇ ਆ, ਪਰ ਜਿਹੜੇ ਮਸਲੇ ਦੀ ਗੱਲ ਆ ਜਾਂਦੀ ਹੈ, ਹੁਣ ਜਿਵੇਂ ਕਿਸਾਨਾਂ ਵਾਲਾ ਮਸਲਾ ਹੈ, ਇਹਦੇ 'ਚ ਤਾਂ ਕੱਲ ਨੂੰ ਚਲੋ ਮੰਨ ਲਓ ਇਹਨਾਂ ਦੀ ਸਰਕਾਰ ਆ ਜਾਂਦੀ ਹੈ, ਇਹਨਾਂ ਦੇ ਕਿਹੜਾ ਫਿਰ ਕਿਸਾਨ ਮੰਨ ਲੈਣਗੇ ਇਹੀ ਗੱਲ? ਉੱਥੇ ਵੀ ਕਿਸਾਨ ਤਾਂ ਵਿਰੋਧ ਕਰਨਗੇ। ਇਹ ਜਾ ਕੇ ਉੱਥੇ ਇਹ ਦੱਸਦੇ ਨਹੀਂ ਹੈਗੇ ਮੰਤਰੀਆਂ ਨੂੰ, ਜਾਂ ਸੁਣਦਾ ਨਹੀਂ ਕੋਈ? ਇੱਥੇ ਇਹਨਾਂ ਨੂੰ ਗਾਹ ਪਾਉਣ ਦੀ ਬਜਾਏ ਜਾ ਕੇ ਆਪਣੀ ਹਾਈ ਕਮਾਂਡ ਨੂੰ ਦੱਸਣ ਵੀ ਇੱਥੇ ਤੇ ਅਸਲੀ ਹਾਲਾਤ ਕੀ ਹੈ। ਇਹਨਾਂ ਨੂੰ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਾਉਣ, ਉੱਪਰ ਤੱਕ ਪਹੁੰਚਾਉਣੀ ਚਾਹੀਦੀ ਹੈ। ਇਹ ਤਾਂ ਸਿਰਫ ਇੱਥੇ ਹੀ ਚਮਚਾਗਰੀ ਕਰਕੇ ਔਰ ਮਾਹੌਲ ਖਰਾਬ ਕਰਕੇ ਇੱਕੋ ਹੀ ਪੁਆਇੰਟ ਪ੍ਰੋਗਰਾਮ ਹੈ। ਕਿਸੇ ਤਰੀਕੇ ਨਾਲ ਪੰਜਾਬ 'ਚ ਗਵਰਨਰੀ ਰਾਜ ਹੋਵੇ। ਇਹਨਾਂ ਨੂੰ ਪਤਾ ਲੋਕਾਂ ਨੇ ਵੋਟਾਂ ਪਾ ਕੇ ਤਾਂ ਸਾਨੂੰ ਮੌਕਾ ਦੇਣਾ ਨਹੀਂ। ਜਿਹੜੇ 7-8 ਮਹੀਨੇ ਅਸੀਂ ਵੀ ਆਪਣੀ ਚੰਮਦੀਆਂ ਚਲਾ ਲਈਏ, ਗੱਲ ਪਿਛਲੀ ਨਹੀਂ ਹੈ ਬਹੁਤ। ਇਹਨਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਔਰ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਰੀਅਲ ਪਿਕਚਰ ਦੱਸਣੀ ਚਾਹੀਦੀ ਹੈ, ਪੰਜਾਬ ਦੇ ਹਾਲਾਤ ਦੱਸਣੇ ਚਾਹੀਦੇ, ਦੇਸ਼ ਦੇ ਹਾਲਾਤ ਦੱਸਣੇ ਚਾਹੀਦੇ। ਤੇ ਲਾਲ ਸਿੰਘ ਜੀ, ਇੱਕ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਵੀ ਜਿਹੜਾ ਸ਼ੈਲਰਾਂ ਦਾ ਵਿੱਚ ਚੌਲ ਖਰਾਬ ਹੋ ਰਿਹਾ, ਕਾਫੀ ਜ਼ਿਆਦਾ ਜੀਰੀ ਲੱਗੀ ਹੋਈ ਹੈਗੀ ਉੱਥੇ, ਉਹਦੇ ਵਿੱਚ ਫਿਰ ਕੀ ਇਹ ਅੱਗੇ ਉਹਨੂੰ ਚੱਕ ਨਹੀਂ ਰਹੇ ਹੈਗੇ, ਜਾਂ ਉਹਦੀ ਨੀਤੀ 'ਚ ਕੀ ਖੋਟ ਹੈ? ਥੋੜੀ ਜਿਹੀ ਉਹ ਵੀ ਦੱਸ ਦਿਓ ਤੁਸੀਂ। ਕੋਈ ਖੋਟ ਨਹੀਂ, ਹਮੇਸ਼ਾ ਹੀ ਚੱਲਦੀ ਆ ਰਹੀ ਹੈ। ਹੁਣ ਤੁਸੀਂ ਦੱਸੋ ਵੀ ਹੁਣ ਨਵਾਂ ਚੰਦ ਚੜ੍ਹਿਆ ਕੋਈ? ਥੋੜੀ ਜਿਹੀ ਕੋਈ ਟੈਕਨੀਕਲ ਪ੍ਰੋਬਲਮ ਹੈ ਜਿਹੜੀ ਖੁਰਾਕ ਦੇ ਨਾਲ ਸੰਬੰਧ ਰੱਖਦੀ ਹੈ ਵੀ ਇਹਦੇ 'ਚ ਫਲਾਣਾ ਕੈਮੀਕਲ ਹੋਣਾ ਚਾਹੀਦਾ,
ਉਸ ਵਾਸਤੇ ਪਲਾਂਟ ਲਾਣਾ ਪਊਗਾ ਜੀ। ਵੀ ਹੁਣ ਚੱਲਦੇ ਕੰਮ 'ਚ ਕਿਹੜਾ ਬੰਦਾ, ਕਿਹੜਾ ਇੰਡਸਟਰੀ ਵਾਲਾ ਉਹ ਪਲਾਂਟ ਲਾ ਸਕਦਾ ਹੈ, ਨਹੀਂ ਲਾ ਸਕਦਾ। ਕੋਈ ਗੱਲ ਕਿਸੇ ਮੂੰਹ ਮੱਥੇ ਦੀ ਗੱਲ ਤਾਂ ਹੋਵੇ, ਸਿਰਫ ਇੱਕ ਬਹਾਨਾ ਹੈ, ਬਹਾਨਾ ਲਾ ਕੇ ਕੰਮ ਰੋਕਣ ਦੀ ਗੱਲ ਹੈ। ਇਹ ਗੱਲ ਬਹੁਤ ਘਟੀਆ ਉਹਨਾਂ ਨੇ। ਤੇ ਦੇਖੋ ਤੁਸੀਂ, ਇੱਕ ਗੱਲ ਨਹੀਂ, 800 ਕਰੋੜ ਰੁਪਈਆ RDF ਦਾ ਰੋਕੀ ਬੈਠੇ ਆ ਤਾਂ ਕਿ ਪੰਜਾਬ ਦਾ ਨੁਕਸਾਨ ਹੋਵੇ, ਪੰਜਾਬ ਦਾ ਵਿਕਾਸ ਨਾ ਹੋਵੇ। RDF ਦਾ 800 ਕਰੋੜ ਰੁਪਈਆ ਤੁਸੀਂ ਰੋਕ ਲਿਆ। ਪਿੱਛੇ ਕਿਸਾਨਾਂ ਦੇ ਨਾਲ ਜੋ ਹੋ ਰਿਹਾ ਦਿੱਲੀ 'ਚ ਬਾਰਡਰ ਤੇ ਹੋ ਰਿਹਾ, ਇਹ ਜਿਹੜੇ ਤਿੰਨੋਂ ਹੀ ਕਾਨੂੰਨ ਹੈ ਕਿਸਾਨਾਂ ਦੇ ਖਿਲਾਫ। ਕਹਿੰਦੇ ਜੇ ਇਹ ਕਿਸਾਨ ਦੀ ਆਮਦਨ ਵਧੂਗੀ, ਵੀ ਜੇ ਕਿਸਾਨ ਨੂੰ ਨਹੀਂ ਪਤਾ ਵਧੂਗੀ ਨਹੀਂ ਵਧੂਗੀ, ਉਹਨਾਂ ਨੂੰ ਪਤਾ ਵੀ ਸਾਡਾ ਨੁਕਸਾਨ ਹੋ ਰਿਹਾ। ਤੁਸੀਂ ਕਿਸਾਨ ਦੇ ਜੇ ਹਿੱਤ 'ਚ ਗੱਲ ਕਰਨੀ ਹੋ, ਕਿਸਾਨ ਨੂੰ ਪੁੱਛ ਕੇ ਕਰੋ। ਕਿਸਾਨ ਦੀ ਮਰਜ਼ੀ ਦੇ ਉਲਟ ਧੱਕੇ ਨਾਲ ਉਹਨੂੰ ਖੀਰ ਖਵਾਉਣ ਲੱਗੇ ਆ, ਜਿਹੜੀ ਉਹਦੇ ਪਚਦੀ ਨਹੀਂ। ਪੁੱਛ ਰਿਹਾ ਉਹਨਾਂ ਨੂੰ, ਅਸੀਂ ਕਿਹਾ ਦਿੱਲੀ ਦੇ ਬਾਰਡਰ ਤੇ ਕੱਲ ਉਹਨਾਂ ਦੀ ਮਹਿਲਾ ਮੋਰਚਾ ਦਾ ਉਰੇ ਪ੍ਰੋਗਰਾਮ ਸੀ, ਸਾਰੇ ਪੰਜਾਬ ਤੋਂ ਬੀਬੀਆਂ ਆਈਆਂ ਸੀਗੀਆਂ। ਉਹਨਾਂ ਨੂੰ ਵੀ ਅਸੀਂ ਪੁੱਛਿਆ ਸੀਗਾ ਵੀ ਦਿੱਲੀ ਬਾਰਡਰ ਤੇ ਕਿਸਾਨ ਇੰਨੇ ਔਖੇ ਹੋ ਰਹੇ ਨੇ, ਵੀ ਤੁਸੀਂ ਇਹ ਮਸਲਾ ਤਾਂ ਚੱਕੋ ਕਮ ਸੇ ਕਮ। ਚਲੋ ਉਰੇ ਕਿਸਾਨੀ ਦੇ ਤੌਰ ਤੇ, ਕਿਉਂਕਿ ਧੀਆਂ ਤਾਂ ਉਰੇ ਦੀਆਂ ਤੁਸੀਂ, ਉਹ ਤਾਂ ਇਹੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਉਹ ਤਾਂ ਕਹਿੰਦੇ ਬਾਰਡਰ ਤੇ ਹਜੇ ਵੀ ਕਮਿਊਨਿਸਟ ਤੇ ਸਿਆਸੀ ਦਲ ਬੈਠੇ ਨੇ, ਅੰਦੋਲਨ ਕਰਨ ਗਏ ਸੀ ਕਿਸਾਨ, ਉੱਥੇ ਹਾਈਜੈਕ ਹੋ ਗਿਆ। ਇਹ ਜਿਹੜੇ ਜਿੰਨੇ ਸਾਰੇ ਕਿਸਾਨ ਆ, ਸਾਰੇ ਦੇਸ਼ ਦੇ ਕਿਸਾਨ, ਇਹਨਾਂ ਦਾ ਦਿਮਾਗ ਹਿੱਲਿਆ। ਇਹਨਾਂ ਨੂੰ ਆਪਣੀ ਅੱਛਾਈ ਬੁਰਾਈ ਦਾ ਨਹੀਂ ਪਤਾ। ਜਦ ਉਹਨਾਂ ਨੂੰ ਪਤਾ ਵੀ ਸਾਡਾ ਬਰਬਾਦੀ ਦਾ ਇਹ ਰਸਤਾ ਹੈ, ਤੇ ਇਹਨਾਂ ਨੂੰ ਕਿਉਂ ਨਹੀਂ ਸੁਣਨੀ ਚਾਹੀਦੀ ਗੱਲ? ਕਿਸੇ ਦੀ ਤਾਂ ਸੁਣਨ, ਕਿ ਤਾਂ ਕਿਸੇ। ਅੱਛਾ, ਇਹਨਾਂ ਵਾਲਿਆਂ ਨੇ ਵੀ ਅੰਦਰੋਂ ਖਾਤੇ ਜ਼ੋਰ ਲਾ ਕੇ ਦੇਖ ਲਿਆ, ਇਹਨਾਂ ਦੇ ਵੀ ਆਪਣੇ ਢੰਗ ਨਾਲ ਇਹ ਕਰਦੇ ਰਹੇ ਆ, ਫਿਰ ਕੋਈ ਸੁਣਵਾਈ ਇਹਨਾਂ ਦੀ ਹੈ ਨਹੀਂ। ਔਰ ਮੈਂ ਸਮਝਦਾ ਇੱਥੇ ਦੀ ਲੀਡਰਸ਼ਿਪ ਜਿਹੜੀ ਹੈ ਨਾ BJP ਦੀ, ਸਾਰੀ ਬੋਗਸ ਹੈ। ਜਿਨ੍ਹਾਂ ਦੇ ਪੱਲੇ ਕੱਖ ਹੈ ਨਹੀਂ, ਸਵਾਇਆ ਇਸ ਗੱਲ ਤੇ ਕਿ ਪੁੱਠੀਆਂ ਸਿੱਧੀਆਂ ਬਿਆਨ ਦੇ ਦਿੱਤੇ। ਔਰ ਮਾਹੌਲ ਖਰਾਬ ਹੈ ਜੀ। ਜਾ ਕੇ ਪ੍ਰੈਸ ਕਾਨਫਰੰਸ ਕਰੀ, 4 ਬੰਦਿਆਂ ਦੇ ਕੁੱਟ। ਹੁਣ ਕਿਹਦੀ ਰਾਖੀ ਰੱਖੂਗੀ ਸਰਕਾਰ? ਪ੍ਰੈਸ ਕਾਨਫਰੰਸ ਤਾਂ ਅਸੀਂ ਕਾਂਗਰਸ ਦੇ ਖਿਲਾਫ ਕਰਦੇ ਆ, ਕੈਪਟਨ ਨੇ ਕਹਿੰਦੇ ਵਾਦੇ। ਕਾਂਗਰਸ ਦੇ ਖਿਲਾਫ ਜੋ ਮਰਜ਼ੀ ਕਰੀ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਡੈਮੋਕ੍ਰੇਸੀ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ, ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ। ਪਰ ਘੱਟ ਤੋਂ ਘੱਟ ਲੋਕਾਂ ਦੇ ਹਿੱਤ 'ਚ, ਕਿਸਾਨ ਦੇ ਹਿੱਤ 'ਚ, ਸੂਬੇ ਦੇ ਹਿੱਤ 'ਚ ਕੁਛ ਤਾਂ ਸੋਚੋ। ਤੁਸੀਂ ਸੂਬੇ ਨੂੰ ਬਰਬਾਦ ਕਰਨ ਲੱਗੇ ਹੋ। ਸਾਰਾ ਬਰਬਾਦ ਹੋ ਰਿਹਾ ਸੂਬਾ, ਸਾਰੀ ਇਕਨੋਮੀ ਤੁਸੀਂ ਖਰਾਬ ਕਰਤੀ, ਸਾਰੇ ਕਿਸਾਨ ਤੁਸੀਂ ਬਰਬਾਦ ਕਰਤੇ, ਸਾਰੇ ਆੜ੍ਹਤੀਆਂ ਦੀ ਆੜ੍ਹਤ ਬੰਦ ਕਰਤੀ। ਇਹ ਕਿੱਥੋਂ ਦੀ ਸਿਆਣਪ ਹੈ? ਸਰਕਾਰਾਂ ਲੋਕਾਂ ਦੇ ਹਿੱਤ 'ਚ ਕੰਮ ਕਰਦੀਆਂ, ਲੋਕਾਂ ਨੂੰ ਬਰਬਾਦ ਕਰਨ ਵਾਸਤੇ ਬਣਦੀਆਂ। ਮੈਨੂੰ ਨਹੀਂ ਸਮਝ ਆਈ। ਇਹ ਨਰਿੰਦਰ ਮੋਦੀ ਇਹਦਾ ਤਾਨਾਸ਼ਾਹ ਬਣ ਗਿਆ। ਹੁਣ ਤੁਸੀਂ ਦੇਖੋ ਉੱਥੇ ਬਾਰਡਰ ਤੇ ਇੱਕ ਪਾਸੇ ਕਿਸਾਨ ਵੀ, ਉਹਨਾਂ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੋਣਾ, ਇਹ ਸਾਰੇ ਦੇਸ਼ ਦੇ ਲੋਕਾਂ ਦਾ ਮਸਲਾ ਬਣ ਗਿਆ, ਆਵਾਮ ਦਾ ਮਸਲਾ ਬਣ ਗਿਆ। ਜਿਸ ਤਰੀਕੇ ਦੇ ਨਾਲ, ਜਿਸ ਸਿਆਣਪ ਦੇ ਨਾਲ ਕਿਸਾਨਾਂ ਨੇ ਇਹ ਐਜੀਟੇਸ਼ਨ ਚਲਾਈ ਹੈ, ਪੀਸਫੁਲ ਐਜੀਟੇਸ਼ਨ ਚਲਾਈ ਹੈ, ਕਿਤੇ ਕੋਈ ਮਾਹੌਲ ਨਹੀਂ ਖਰਾਬ। ਇਹਨਾਂ ਦੀ ਹੁਣ ਕੋਸ਼ਿਸ਼ ਹੈ ਮਾਹੌਲ ਖਰਾਬ ਹੋਵੇ। ਔਰ ਉਹਨਾਂ ਨੇ ਬੜੇ ਪੀਸਫੁਲ ਤਰੀਕੇ ਦੇ ਨਾਲ ਲੋਕਾਂ ਦੀ ਹਮਦਰਦੀ, ਇੱਕ ਪਾਸੇ ਉਹ ਬੈਠੇ ਸਾਰੀ ਸਰਦੀ ਠੰਡ 'ਚ, ਉਹਨਾਂ ਨੇ ਕੜਾਕੇ ਦੀ ਠੰਡ 'ਚ ਆਪਣਾ ਜਿਹੜਾ ਹਟਾਇਆ। ਔਰ ਦੂਜੇ ਪਾਸੇ ਨਰਿੰਦਰ ਮੋਦੀ ਉਹਨਾਂ ਦੀ ਲੋਕਾਂ ਦੀ ਗੱਲ ਕਰਦਾ ਹੈ। ਮਨ ਕੀ ਬਾਤ ਤੁਸੀਂ ਲੋਕਾਂ ਦੀ ਮਨ ਦੀ ਗੱਲ ਤਾਂ ਸੁਣਨ ਨੂੰ ਤਿਆਰ ਨਹੀਂ। ਆਪਣੀ ਮਨ ਦੀ ਗੱਲ ਲੋਕਾਂ ਦੇ ਠੋਸਦੀ ਮਨਮਾਨੀ ਕਰਦੇ ਹੋ। ਮਨਮਾਨੀ ਦਾ ਇਹ ਹੈ, ਇਹਦਾ ਮਤਲਬ ਇਹ ਹੈ ਤੁਸੀਂ ਡਿਕਟੇਟਰਸ਼ਿਪ ਕਰਦੇ ਹੋ, ਤੁਸੀਂ ਧੱਕੇਸ਼ਾਹੀ ਕਰਦੇ ਹੋ। ਆਪਣੀ ਮਨ ਦੀ ਗੱਲ ਲੋਕਾਂ ਤੇ ਠੋਸਦੇ ਹੋ। ਜੇ ਲੋਕ ਤੁਹਾਡੀ ਗੱਲ ਸੁਣ, ਤੁਸੀਂ ਲੋਕਾਂ ਦੀ ਗੱਲ ਸੁਣੋ। ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਆਪਣੇ ਮਨ ਦੀ ਗੱਲ ਲੋਕਾਂ ਨੂੰ ਧੱਕੇ ਨਾਲ ਸੁਣਾਉਣ ਵਾਸਤੇ। ਹੋਰ ਦੱਸੋ, ਇੰਨਾ ਚਿਰ ਤੁਹਾਨੂੰ ਵੀ ਬਹੁਤ ਚਿਰ ਹੋ ਗਿਆ ਸਿਆਸਤ ਦੇ ਵਿੱਚ, ਇਹ ਇੰਨੇ ਉਲਟ ਕਿਉਂ ਹੋ ਗਏ ਪੰਜਾਬ ਦੇ? ਜੇ ਕਹੀਏ ਜਾਵੇ ਇੰਨੇ ਫੈਸਲੇ ਪੰਜਾਬ ਦੇ ਉਲਟ ਇਸ ਲਈ ਕਹਿ ਦਿੰਦੇ ਆ ਕਿਉਂਕਿ ਪੰਜਾਬ ਵਾਲੇ ਜਦੋਂ ਮੰਨ ਹੀ ਨਹੀਂ ਰਹੇ ਚੀਜ਼ ਨੂੰ, ਕੋਈ ਸੁਣਨ ਨੂੰ ਰਾਜੀ ਨਹੀਂ। ਇਹ ਪੰਜਾਬ, ਮੈਂ ਜਿਹੜੀ ਗੱਲ ਤੁਸੀਂ ਕਹੀ ਹੈ ਉਹਦਾ ਮੇਰੇ ਮਨ 'ਚ ਇੱਕ ਗੱਲ ਹੈ। ਦੇਖੋ ਤੁਸੀਂ ਦੇਖਿਆ, ਚਾਹੇ ਤੁਸੀਂ 2014 ਦੀ ਗੱਲ ਕਰ ਲਓ ਪਾਰਲੀਮੈਂਟ ਦੀ ਇਲੈਕਸ਼ਨ, ਚਾਹੇ 2017 ਦੀ ਅਸੈਂਬਲੀ ਦੀ ਗੱਲ ਕਰ ਲਓ, ਚਾਹੇ 2019 ਦੂਜੀ ਪਾਰਲੀਮੈਂਟ ਦੀ ਗੱਲ ਕਰ ਲਓ, 3 ਇਲੈਕਸ਼ਨਾਂ ਹੋਈਆਂ। ਸਾਰੇ ਦੇਸ਼ 'ਚ ਮੋਦੀ 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 ਮੋਦੀ। ਇਹ ਪੰਜਾਬ ਸੂਬਾ ਇੱਕ ਐਸਾ ਸੂਬਾ ਹੈ ਜਿਸ ਦੀ ਰਹਿਨੁਮਾਈ ਕੈਪਟਨ ਅਮਰਿੰਦਰ ਸਿੰਘ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਬਾਅਦ ਇੱਕ ਐਸੀ ਸ਼ਖਸੀਅਤ ਹੈ ਜਿਹਨੇ ਮੋਦੀ ਲਹਿਰ ਨੂੰ ਸ਼ੰਭੂ ਨਹੀਂ ਟੱਪਣ ਦਿਆ ਹੈ ਜੀ। ਉਹਨਾਂ ਨੇ ਆਪਣੇ ਵਿਹੜੇ 'ਚ ਨਹੀਂ ਬਣਦੀ ਜਿਹੜੀ ਹੈ ਮੋਦੀ ਲਹਿਰ। ਤੁਸੀਂ 2014 ਦੀ ਮੈਂ ਗੱਲ ਕਰਦਾ, ਮੋਦੀ ਤੋਂ ਦੂਜਾ ਨੰਬਰ ਸੀ ਜੇਤ ਅਲੀ ਸਾਹਿਬ ਦਾ, ਉਹ ਅੰਮ੍ਰਿਤਸਰ ਖੜਾ ਕਰਤਾ। ਕੈਪਟਨ ਸਾਹਿਬ ਨੇ 1 ਲੱਖ ਵੋਟਾਂ ਨਾਲ ਹਰਾ ਕੇ ਭੇਜਿਆ ਉਸ ਮੋਦੀ ਲਹਿਰ 'ਚ। 2017 'ਚ ਪਹਿਲੀ ਵਾਰ ਹੈ ਇਤਿਹਾਸ 'ਚ, ਪਹਿਲੀ ਵਾਰ ਜਿਸ ਦਾ ਪੰਜਾਬ 1966 'ਚ ਬਣਿਆ ਸੀ। ਇਸ 1966 ਤੋਂ ਲੈ ਕੇ ਪਹਿਲੀ ਵਾਰ ਹੈ ਕਾਂਗਰਸ ਪਾਰਟੀ 2/3 ਮੈਜੋਰਟੀ ਨਾਲ ਜਿੱਤੀ ਹੈ, 77 ਸੀਟਾਂ ਜਿੱਤੀ ਹੈ। ਔਰ BJP ਦੇ ਸਿਰਫ 2 MLA ਹੈ। ਤਕਲੀਫ ਤਾਂ ਇਹ ਹੈ। ਔਰ ਤੁਸੀਂ ਪਾਰਲੀਮੈਂਟ ਦੀ ਗੱਲ ਕਰ ਲਓ, 2019 'ਚ ਪਾਰਲੀਮੈਂਟ ਹੋਈ ਨਾ, ਹਰਿਆਣੇ 'ਚ ਕਾਂਗਰਸ ਦੀ ਸੀਟ ਆਈ,
ਨਾ ਰਾਜਸਥਾਨ ਚ ਆਈ, ਨਾ ਦਿੱਲੀ ਚ ਆਈ, ਨਾ ਉੱਤਰਾਂਚਲ ਚ, ਨਾ ਹਿਮਾਚਲ ਚ, ਕਿਤੇ ਕੋਈ ਸੀਟ ਨਹੀਂ ਆਈ। ਇੱਥੇ 13 ਚੋਂ 8 ਜਿੱਤੀਆਂ ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਾਈ ਥੱਲੇ, 8 ਜਿੱਤੀਆਂ। ਉਹ ਤਕਲੀਫ ਇਹ ਹੈ ਕਿ ਬੀਜੇਪੀ ਸਿਰਫ 2 ਜਿੱਤੀ, 2 ਨਹੀਂ, ਇੱਕ ਤਾਂ ਗੁਰਦਾਸਪੁਰ ਦੀ ਉਹ ਜਿਹੜਾ ਸੀ ਨਾ ਸਨੀ ਦਿਓਲ, ਉਹਦੇ ਕਰਕੇ ਜਿੱਤ ਗਈ, ਮੋਦੀ ਕਰਕੇ ਨਹੀਂ ਜਿੱਤੀ। ਜਿਹੜੀ ਇੱਕ ਜਿੱਤੀ ਸੀ ਨਾ ਹੁਸ਼ਿਆਰਪੁਰ, ਉੱਥੇ 2 ਬਾਈ ਇਲੈਕਸ਼ਨ ਹੋਈਆਂ, 2 ਬਾਈ ਇਲੈਕਸ਼ਨ ਹੁਣ ਹੋਈਆਂ, ਉਸ ਤੋਂ ਬਾਅਦ ਦੋਨਾਂ ਤੋਂ ਬੀਜੇਪੀ ਹਾਰ ਗਈ। ਹੁਣ ਬੀਜੇਪੀ ਦੇ ਸਿਰਫ ਸਾਰੇ ਪੰਜਾਬ 'ਚ 2 MLA ਆ, 2 MP ਆ। ਤਕਲੀਫ ਤਾਂ ਇਹ ਹੈ ਮੋਦੀ ਸਾਹਿਬ ਨੂੰ, ਬੀਜੇਪੀ ਨੂੰ, RSS ਨੂੰ ਇਹ ਤਕਲੀਫ ਹੈ ਕਿ ਪੰਜਾਬ 'ਚ ਮੋਦੀ ਨੂੰ ਕੋਈ ਪੁੱਛਦਾ ਨਹੀਂ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਜੋ ਇਹਨਾਂ ਦੇ ਚੱਜ ਹੈ, ਜੋ ਇਹ ਕਰਨ ਲੱਗੇ ਆ, ਆਉਣ ਵਾਲੇ ਸਮੇਂ 'ਚ ਇਕੱਲਾ ਪੰਜਾਬ ਨਹੀਂ, ਹਰਿਆਣੇ 'ਚ 1 ਸੀਟ ਨਹੀਂ ਜਿੱਤ ਸਕਦੇ। ਸਾਰੇ ਹਿੰਦੁਸਤਾਨ 'ਚ ਕਿਸਾਨਾਂ ਨਾਲ ਆਢਾ ਲਾ ਕੇ ਇਹ ਕਾਇਮ ਨਹੀਂ ਰਹਿ ਸਕਦੇ। ਕਿਸਾਨਾਂ ਦੀ ਐਡੀਟੇਸ਼ਨ ਜਿਹੜੀ ਹੈ, ਇਹ ਤੁਸੀਂ ਦੇਖਿਆ SYL ਦੇ ਮੁੱਦੇ ਤੇ 38 ਸਾਲ ਹੋ ਗਏ ਕਿਸਾਨਾਂ ਨੇ ਮੋਰਚਾ ਲਾਇਆ ਸੀ, ਅੱਜ ਤੱਕ ਨਹੀਂ ਉਹ ਜਿਹੜੀ ਗੰਢ ਖੁੱਲੀ, ਉੱਥੇ ਹੀ ਖੜਾ ਹੈ ਮਾਮਲਾ। ਲਾਸਟ ਨਹੀਂ ਪੁੱਛੂੰਗਾ ਆਪਣਾ ਲਾਲ ਸਿੰਘ ਜੀ, ਜੇਕਰ ਜਿਵੇਂ ਹੁਣ ਤੁਸੀਂ ਪ੍ਰਬੰਧ ਸਾਰੇ ਕਰੇ ਨੇ, ਹਾਲਾਂਕਿ ਪੁਰਾਣਾ ਸਿਸਟਮ ਹੈਗਾ ਤੁਹਾਡੇ ਕੋਲੇ, ਉਹਨੂੰ ਥੋੜਾ ਜਿਹਾ ਅਪਗ੍ਰੇਡ ਵੀ ਕਰ ਲਓਗੇ ਜੇ ਕਿਤੇ ਕੋਈ ਦਿੱਕਤ ਆਊ, ਫਿਰ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਕਿਸਾਨਾਂ ਨੂੰ ਸਿੱਧੇ ਤੌਰ ਤੇ ਕਿਸ ਤਰ੍ਹਾਂ ਦਾ ਤੁਸੀਂ ਸਹੂਲਤ ਦਿੱਤੀ ਹੈ ਵੀ ਚਾਹੇ ਉਹ DC ਦਫ਼ਤਰ ਜਾਣ, ਚਾਹੇ ਤੁਹਾਡੇ ਕੋਲ ਹੀ ਆ ਜਾਣ, ਜੇ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ? ਦੇਖੋ, ਜਿੱਥੇ ਤੱਕ ਕਿਸਾਨਾਂ ਦਾ ਉਹਨਾਂ ਸਾਡੇ ਵੱਲੋਂ, ਪੰਜਾਬ ਸਰਕਾਰ ਵੱਲੋਂ, ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਇਹ ਹੈ ਕਿ ਕਿਸਾਨਾਂ ਨੂੰ ਉਹਨਾਂ ਵੱਲੋਂ ਕੋਈ ਤਕਲੀਫ ਨਹੀਂ ਆ ਸਕਦੀ। ਜੇ ਆਣੀ ਹੈ ਤਾਂ ਉਹਨਾਂ ਦੀ ਜਿਹੜੀ ਅੱਗੇ ਸੋਚ ਹੈ ਨਾ, ਉਹਦਾ ਸਾਨੂੰ ਡਟ ਕੇ ਮੁਕਾਬਲਾ ਕਰਨਾ ਪਊਗਾ, ਕਰਨਗੇ। ਔਰ ਕੈਪਟਨ ਅਮਰਿੰਦਰ ਸਿੰਘ ਤੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ, ਸਾਰੇ ਦੇਸ਼ ਦੇ ਲੋਕਾਂ ਨੂੰ ਮਾਣ ਹੈ ਕਿ ਹਮੇਸ਼ਾ ਚਟਾਨ ਦੀ ਤਰ੍ਹਾਂ ਖੜਾ ਤੇ ਖੜਾ ਰਹੂਗਾ। ਬਿਲਕੁਲ, ਇਸ ਵਾਰੀ ਜੇ ਕਹੀਏ ਕਿ 10 ਤਰੀਕ ਤੋਂ ਖਰੀਦ ਸ਼ੁਰੂ ਹੋਣ ਲੱਗੀ ਹੈ ਤਾਂ तमाम ਚੀਜ਼ਾਂ ਲਾਲ ਸਿੰਘ ਜੀ ਨੇ ਦੱਸੀਆਂ ਨੇ ਕਿ ਆਖਰ ਕਿਵੇਂ ਪ੍ਰਬੰਧ ਕੀਤੇ ਗਏ ਨੇ, ਕਿਉਂਕਿ ਪੁਰਾਣਾ ਮਾਡਲ ਹੈਗਾ, ਇਸ ਵਾਰ ਥੋੜਾ ਜਿਹਾ ਸੌਖਾ ਇਸ ਵਾਸਤੇ ਵੀ ਹੈ। ਉਹੀ ਪਾਸ ਸਿਸਟਮ ਅੱਗੇ ਵਧਾਇਆ ਜਾਊ ਤਾਂ ਕਿ ਬਿਮਾਰੀ ਤੋਂ ਵੀ ਬਚਿਆ ਜਾਵੇ ਤੇ ਦੂਜੇ ਪਾਸੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਭੀੜ ਇਕੱਠੀ ਨਾ ਕੀਤੀ ਜਾ ਸਕੇ। ਨਾਲ ਨਾਲ ਲਾਲ ਸਿੰਘ ਦਾ ਸਾਫ਼ ਤੌਰ ਤੇ ਭਾਜਪਾ ਦੇ ਲੀਡਰ ਨੂੰ ਵੀ ਇਹ ਗੱਲ ਕਹਿਣਾ ਹੈ ਕਿ ਉਰੇ ਕਹਿਣ ਨਾਲ ਕੁਝ ਨਹੀਂ ਬਣਨਾ, ਤੁਸੀਂ ਉੱਥੇ ਜਾ ਕੇ ਜੇ ਕਹੋ ਤਾਂ ਮਸਲਾ ਸਾਰਿਆਂ ਦਾ ਹੱਲ ਹੋ ਸਕਦਾ ਹੈ। ਬਾਕੀ ਆਪਦੇ ਵੱਲੋਂ ਕੋਈ ਪਰੇਸ਼ਾਨੀ ਨਹੀਂ ਆਊਗੀ, ਇਹ ਠੋਕ ਕੇ ਉਹਨਾਂ ਨੇ ਕਿਹਾ ਹੈ ਕਿ ਆਖਰਕਾਰ ਜੇ ਕੋਈ ਦਿੱਕਤ ਪਰੇਸ਼ਾਨੀ ਕਿਸੇ ਨੂੰ ਆਉਂਦੀ ਵੀ ਹੈ, ਅਫਸਰ ਤੇ ਆਪ ਖੁਦ ਮੌਜੂਦ ਨੇ, ਜਦੋਂ ਮਰਜ਼ੀ ਆ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੱਸ ਕੇ। ਮਸਲਾ ਇਹ ਹੈ ਕਿ ਖਰੀਦ ਦੇ ਵਿੱਚ ਕੋਈ ਦਿੱਕਤ ਐਸੀ ਆਉਣ ਨਹੀਂ ਗੀ ਦੇਣੀ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ, ਚੰਡੀਗੜ੍ਹ।